इन्हां खबरां दे प्रायोजक हन गिलको ग्रुप मोहाली तुहाडे लई लैके आए हन प्यार दियां इमारतां सच दी बुनियाद ते। संयुक्त किसान मोर्चे ਵੱਲੋਂ ਅੱਜ ਕਾਲਾ ਦਿਵਸ ਮਨਾਉਣ ਦੇ ਦਿੱਤੇ ਗਏ ਸੱਦੇ ਨੂੰ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦਾ ਭਰਮਾ ਹੁੰਗਾਰਾ ਮਿਲਿਆ। ਕਿਸਾਨ ਜਥੇਬੰਦੀਆਂ ਅਤੇ ਕਿਸਾਨ ਹਿਤੈਸ਼ੀ ਲੋਕਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਰੋਸ ਮਾਰਚ ਕਰਕੇ ਜਿੱਥੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਨੇ, ਉੱਥੇ ਨਾਲ ਹੀ ਲੋਕਾਂ ਨੇ ਆਪਣੇ ਘਰਾਂ ਵਿੱਚ ਕਾਲੇ ਝੰਡੇ ਲਗਾ ਕੇ ਕਿਸਾਨਾਂ ਦੀ ਹਮਾਇਤੀ ਕੀਤੀ ਹੈ। ਭਾਰੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਆਪਣੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਨੇ। ਇਸੇ ਤਹਿਤ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋਣ ਤੇ ਅੱਜ ਟੋਲ ਪਲਾਜ਼ਾ ਭਾਗੋ ਮਾਜਰਾ ਵਿੱਚ ਸਮੂਹ ਨੌਜਵਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲਾ ਦਿਵਸ ਮਨਾਉਣ ਦੇ ਸੱਦੇ ਅਧੀਨ ਅੱਜ ਵੱਡੀ ਗਿਣਤੀ ਵਿੱਚ ਇਕੱਠ ਕੀਤਾ, ਜਿੱਥੇ ਉਹਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਾਨੂੰਨਾਂ ਦੇ ਖਾਤਮੇ ਤੱਕ ਸੰਘਰਸ਼ ਦਾ ਅਹਿਦ ਲਿਆ ਹੈ ਤਾਂ ਜੋ ਦਿੱਲੀ 'ਚ ਲੱਗੇ ਮੋਰਚਿਆਂ ਦਾ ਜੋਸ਼ ਮੱਠਾ ਨਾ ਪਵੇ। ਇਸ ਮੌਕੇ ਨੌਜਵਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਸਮੁੱਚੇ ਪਿੰਡਾਂ ਵਿੱਚ ਲੋਕਾਂ ਨੇ ਥਾਂ-ਥਾਂ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਪੜਾਸ ਵੀ ਕੱਢੀ। ਵਿਚਾਰ ਤਾਂ ਹੁਣ ਇਹ ਹੈ ਜੀ ਵੀ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਬਣਾਏ ਜਿੰਨੇ ਚਿਰ ਵਾਪਸ ਨਹੀਂ ਹੁੰਦੇ ਉਨੇ ਚਿਰ ਤਾਂ ਕੋਈ ਫੈਸਲਾ ਨਹੀਂ ਹੈਗਾ, ਠੀਕ ਹੈ ਨਹੀਂ। ਇਹ ਹੁਣ ਉਹ ਅੜਿਆ ਬੈਠਾ ਹੈ ਤੇ ਜਿੰਨੇ ਚਿਰ ਵਾਪਸ ਨਹੀਂ ਕਰਦਾ ਉਹਨਾਂ ਚਿਰ ਤੱਕ ਧਰਨੇ ਲੱਗਣੇ ਹੈ। ਘਟਨੇ ਤਾਂ ਹੈ ਨਹੀਂ, ਵਧਣੇ ਹੀ ਹੈ। ਹੁਣ ਕਿਸਾਨ ਤੁਸੀਂ ਵੀ ਦੇਖਦੇ ਆ, ਪਬਲਿਕ ਵੀ ਦੇਖਦੀ, ਉੱਥੇ ਬੈਠੇ ਵੀ ਦੇਖ ਰਹੇ ਆ, ਇਹ ਤਾਂ ਵੱਧ ਰਿਹਾ ਕੰਮ, ਘਟਦਾ ਨਹੀਂ ਹੈਗਾ, ਠੀਕ ਹੈ ਨਹੀਂ। ਇਹ ਚੋਰਾਂ ਦੀ ਸਰਕਾਰ ਬਣੀ ਹੋਈ ਹੈ। ਮੈਂ ਇੱਧਰ ਨੂੰ ਵੀ ਲੈ ਜਾਵਾਂ ਗੱਲ। ਤੁਸੀਂ ਅੱਜੇ ਇੱਕ ਖਬਰ ਪੜ੍ਹੀ ਹੋਣੀ ਅਖਬਾਰ ਦੇ ਵਿੱਚ 13,500 ਕਰੋੜ ਰੁਪਈਆ ਲੈ ਕੇ ਬੰਦਾ ਗਾਇਬ ਹੋ ਗਿਆ ਇੱਕ ਰਾਤ ਵਿੱਚ। ਇੱਥੇ ਗੱਲ ਬਾਅਦ ਵਿੱਚ ਕਰੀਏ, ਇੱਕ ਬੰਦੇ ਨੇ ਮੈਂ ਕਰਨੀ ਸੀ ਜੇਕਰ ਮੈਨੂੰ ਟਾਈਮ ਮਿਲ ਜਾਂਦਾ, ਪਰ ਮੈਂ ਲੇਟ ਹੋ ਗਿਆ ਥੋੜ੍ਹਾ ਹੁਣ ਤੋਂ। 13,500 ਕਰੋੜ ਰੁਪਈਆ ਇੱਕੋ ਹੀ ਬੰਦਾ ਖਾ ਗਿਆ। ਇੱਕ ਨੀਰਵ ਮੋਦੀ ਉਹ ਪਤਾ ਨਹੀਂ ਕਿੰਨੇ ਹੀਰੇ ਜਵਾਹਰਾਤ ਦਾ ਲੈ ਕੇ ਕਰਜ਼ਾ ਲੈ ਕੇ ਸਰਕਾਰ ਤੋਂ PNB ਤੋਂ ਉਹ ਗਾਇਬ ਹੋ ਗਿਆ, ਉਹ ਤਾਂ ਨਹੀਂ ਪਤਾ ਲੱਗਦਾ। ਅੱਜ ਜਿਹੜਾ ਗਾਇਬ ਹੋਇਆ ਨਾ, ਅੱਜ ਅਖਬਾਰ ਦੇ ਵਿੱਚ ਖਬਰ ਹੈ, ਇਹ ਕਹਿੰਦੇ ਵੀ ਦਰਿਆ ਦੇ ਤੱਟ ਪਰ ਕਾਰ ਖੜੀ ਖਾਲੀ ਮਿਲਦੀ ਉਹਦੀ, ਆਪ ਪਤਾ ਨਹੀਂ ਕਿੱਥੇ ਗਿਆ। ਦੇਖੋ ਇਹ ਸਰਕਾਰਾਂ ਇਹੋ ਜਿਹੇ ਕੰਮ ਕਰਦੀਆਂ। ਕੁਝ ਕਿਸਾਨ ਵੀਰ ਆਪਣੇ ਨਾਲ ਹੋਰ ਜੁੜੇ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਦਾ ਇਸ ਕਿਸਾਨ ਮੋਰਚੇ ਬਾਰੇ ਕੀ ਵਿਚਾਰ ਨੇ? ਹਾਂਜੀ ਸਰ। ਮੇਰਾ ਨਾਮ ਹਾਕਮ ਸਿੰਘ, ਪਿੰਡ ਹੈਗਾ ਮੇਰਾ ਸ਼ਾਹਪੁਰ। ਮੈਂ ਅੱਜ ਤੋਂ ਨਹੀਂ, ਬਚਪਨ ਤੋਂ ਕਿਸਾਨੀ ਨਾਲ ਤੇ ਸਮਾਜ ਨਾਲ ਜੁੜਿਆ ਵਾ। ਸੋ ਜਿਹੜਾ ਅੱਜ ਇਹ ਵਕਤ ਆਇਆ ਸਾਡੇ 'ਤੇ ਆਮ ਕਰਕੇ ਆਇਆ ਸਾਰੇ ਲੋਕਾਂ 'ਤੇ, ਪਰ ਕਿਸਾਨ ਅੱਜ ਬੁਰਾ ਹੋ ਗਿਆ ਹੈਗਾ। ਸੋ ਇਹ ਪਤਾ ਲੱਗੂਗਾ ਬਾਕੀਆਂ ਨੂੰ ਜਦੋਂ ਇਹ ਸਮਾਂ ਬੀਤੂਗਾ। ਜੇ ਇਹ ਗੱਲ ਕਿਸਾਨਾਂ ਦੀ ਸਿਰ ਚੜ੍ਹਦੀ ਹੈ ਤਾਂ ਕਿਸਾਨ ਬਚ ਰਹੂਗੇ, ਜੇ ਕਿਸਾਨ ਹਾਰ ਜਾਂਦੇ ਆ ਤਾਂ ਫਿਰ ਸਾਰੇ ਲੋਕਾਂ 'ਤੇ ਇਹਦਾ ਅਸਰ ਪਊਗਾ। ਅੱਜ ਸਰਕਾਰ ਜਿਹੜੀ ਹੈਗੀ ਉਹ ਐਸ਼ਪ੍ਰਸਤੀ 'ਚ ਹੋ ਗਈ। ਸਰਕਾਰ ਜਿਹੜੀ ਐਸ਼ਪ੍ਰਸਤੀ, ਆਪਾਂ ਲੋਕਾਂ ਦੇ ਭਲੇ ਖਾਤਰ ਨਹੀਂ ਗਏ ਉਹਨਾਂ ਦੇ, ਉਹ ਲੋਕਾਂ ਦਾ ਖੂਨ ਚੂਸਣ ਗਏ। ਉੱਥੇ ਖੂਨ ਕਿਉਂ ਚੂਸਦੇ ਆ? ਟੈਕਸ ਇਕੱਠਾ ਹੁੰਦਾ, ਆਪਣੀ ਐਸ਼ਪ੍ਰਸਤੀ ਕਰਦੇ ਆ। ਜੇ ਉਹ ਵੀ ਅਦਾਰਾ ਹੈਗਾ, ਨੌਕਰੀ ਹੈਗੀ, ਕੋਈ ਵੀ ਥਾ, ਉਹ ਪ੍ਰਾਈਵੇਟ ਨੂੰ ਦਿੱਤਾ ਸਭ। ਹੁਣ ਇਹ ਲੋਕ ਕਿੱਥੇ ਜਾਣਗੇ? ਇਹਨਾਂ ਨੂੰ ਹੋਰ ਕੋਈ ਰਾਹ ਨਾ ਰਿਹਾ, ਆਖਰ ਇਹ ਕੰਮ ਕਰਨਾ ਪਿਆ ਇਹਨਾਂ ਨੂੰ ਮਜਬੂਰੀ ਬਸ ਹੋ ਕੇ। ਜਿੱਤੇ ਬਿਨਾਂ ਕਿਸਾਨ ਉੱਥੇ ਤੇ ਵਾਪਸ ਨਹੀਂ ਆਊਗਾ ਜਿੰਨੇ ਚਿਰ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਮੋਦੀ ਨੂੰ ਹੰਕਾਰ ਤਾਂ ਉਹਨੇ ਦੇਖ ਲਿਆ, ਪਹਿਲਾਂ ਤਾਂ ਦਿੱਲੀ ਦੇਖਿਆ ਉਹਨੇ, ਸਾਰੇ ਕਹਿੰਦੇ ਕੇਜਰੀਵਾਲ ਇਕੱਲਾ ਤਾਂ ਮੋਦੀ ਦਾ 350 ਤੋਂ ਉੱਪਰ MP ਤਾਂ ਨਾਲ ਉਹਨਾਂ ਦੇ ਮਿਨਿਸਟਰ ਤੇ ਸਾਰੀ ਦਿੱਲੀ 'ਚ ਜ਼ੋਰ ਲਾਇਆ, ਉਹਦੀ ਗੋਡੀ ਲੱਗੀਆਂ ਨਾ। ਬਗਾਲ 'ਚ ਆਮ ਕਹਿੰਦੇ ਤੇ ਇਹਨਾਂ ਦਾ ਨੱਡਾ ਸਾਹਿਬ ਕਹਿੰਦਾ ਤਾਂ, ਅਮਿਤ ਸ਼ਾਹ ਕਹਿੰਦਾ ਤਾਂ 27 ਰੈਲੀਆਂ ਪ੍ਰਧਾਨ ਮੰਤਰੀਆਂ ਕਰੀਆਂ, ਮਮਤਾ ਕੱਲੀ ਰਹਿ ਜਾਏਗੀ, ਐਸੇ ਸ਼ੁਗਲ ਕਰਕੇ ਬੋਲਤਾ ਤਾਂ। ਸ਼ਰਮ ਨਹੀਂ ਆਈ ਉਹਨੂੰ। ਮੈਂ ਇੱਕ ਬੀਬੀ ਨੂੰ ਇਹ ਮਖੌਲ ਕਰਾਂ। ਜਦੋਂ ਤੱਕ ਮੋਦੀ ਆਰਾਮ ਨਾਲ ਬੈਠਾ ਕੁਛ ਨਹੀਂ ਹੋਣਾ। ਅਸੀਂ ਸਾਈਡ ਤੇ ਬੈਠੇ ਹਾਂ, ਮੋਦੀ ਆਰਾਮ ਨਾਲ ਬੈਠਾ, ਕਿਉਂਕਿ ਕੋਈ ਇੰਟਰਪਸ਼ਨ ਨਹੀਂ, ਕੋਈ ਪਰੇਸ਼ਾਨੀ ਨਹੀਂ। ਜਦੋਂ ਤੱਕ ਦਿੱਲੀ ਪਰੇਸ਼ਾਨੀ 'ਚ ਨਹੀਂ ਆਉਂਦੀ, ਮੋਦੀ ਪਰੇਸ਼ਾਨੀ 'ਚ ਨਹੀਂ ਆਉਂਦਾ, ਉਦੋਂ ਤੱਕ ਕੋਈ ਫੈਸਲਾ ਨਹੀਂ, ਕੁਛ ਨਹੀਂ ਹੋਏਗਾ। ਆਰਾਮ ਨਾਲ ਬੈਠਾ, ਚਾਹੇ ਜਿੰਨੀ ਦੇਰ ਮਰਜ਼ੀ ਬੈਠੇ ਰਹੋ। ਇਸ ਵਾਸਤੇ ਜਿਹੜੇ ਸਾਡੇ ਲੀਡਰ ਨੇ
ਉਹਨਾਂ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਦੇਣਾ ਪੈਣਾ ਜਿਸ ਦੇ ਨਾਲ ਕਿ ਉਹ ਪਰੇਸ਼ਾਨੀ ਜਾਣ। ਜਦੋਂ ਤੱਕ ਉਹ ਪਰੇਸ਼ਾਨ ਨਾ ਹੋਏਗਾ ਉਦੋਂ ਤੱਕ ਸਾਡੇ ਹੱਕ ਦੇ ਵਿੱਚ ਕੋਈ ਫੈਸਲਾ ਨਹੀਂ ਆਏਗਾ। ਈਵਨ ਹੋਰ ਦੱਸੋ, ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਗੱਲ ਨਹੀਂ ਹੋ ਰਹੀ। ਮੰਨ ਲਓ ਮੋਦੀ ਕਾਨੂੰਨ ਵਾਪਸ ਲੈ ਲੈਂਦਾ, ਅਸੀਂ ਆ ਜਾਂਦੇ ਹਾਂ, ਰਾਈਟ। ਉਸ ਤੋਂ ਬਾਅਦ ਹੁੰਦਾ ਕੀ ਹੈ, ਫਿਰ ਉਹ ਦੁਬਾਰੇ ਆ ਜਾਣਗੇ, ਕਿਉਂਕਿ ਉਹ ਗੈਰ ਸੰਵਿਧਾਨਿਕ ਕੰਮ ਕਰਨ ਵਾਸਤੇ ਜੰਮਿਆ। ਉਹ ਬੜਾ ਮਾੜਾ ਦਿਨ ਸੀ ਜਿਸ ਦਿਨ ਮੋਦੀ ਜੰਮਿਆ। ਉਹ ਦਿਨ, ਇਹ ਕਾਲਾ ਦਿਨ ਨਹੀਂ ਹੈ, ਉਹ ਦਿਨ ਕਾਲਾ ਸੀ ਜਿਸ ਦਿਨ ਮੋਦੀ ਜੰਮਿਆ। ਕਿਉਂਕਿ ਮੋਦੀ ਜਿਹੜਾ ਜੰਮਿਆ ਹੈਗਾ ਉਹ ਇਹ ਹੈਗਾ ਮਨੂਵਾਦ ਨੂੰ ਪ੍ਰਮੋਟ ਕਰਨ ਵਾਸਤੇ। ਮੋਦੀ ਨਹੀਂ ਹੈ, ਮੋਦੀ ਦੇ ਮੰਗਰ ਨਹੀਂ, ਮੋਦੀ ਆਪ ਨਹੀਂ ਹੈ। ਮੋਦੀ ਤਾਂ ਜਸਟ ਇੱਕ ਹੀ ਪਪਟ ਜਿਹਨੂੰ ਕਹਿੰਦੇ ਉਹ ਹੈਗਾ। ਇਸ ਕਰਕੇ ਇਹ ਜਿਹੜਾ ਇਹ ਆ ਵੀ ਜਾਂਦੇ ਨੇ, ਉਹ ਉਸ ਤੋਂ ਬਾਅਦ ਕੀ ਉਹ ਫਿਰ ਕਰ ਲੇਗਾ, ਕਿਉਂਕਿ ਸੰਵਿਧਾਨ ਦੀਆਂ ਧੱਜੀਆਂ ਉਡਾਤੀਆਂ। ਇਹ ਜਿਹੜਾ ਕਾਨੂੰਨ ਹੈ ਇਹ ਗੈਰ ਸੰਵਿਧਾਨਿਕ ਕਾਨੂੰਨ ਹੈ, ਕਿਉਂਕਿ ਖੇਤੀ ਤੇ ਕਾਨੂੰਨ ਬਣਾਉਣਾ ਸਟੇਟ ਦਾ ਹੱਕ ਹੈ, ਨਾ ਕਿ ਸੈਂਟਰ ਦਾ। ਡਾਕਟਰ ਅੰਬੇਦਕਰ ਸਾਹਿਬ ਨੇ ਕੱਲੀ ਗੱਲ ਕਲੀਅਰ ਕੀਤੀ ਸੀ। ਇਸੇ ਕਰਕੇ ਇਹਨਾਂ ਨੇ ਇੰਨੀਆਂ ਸੋਧਾਂ ਕਰ ਦਿੱਤੀਆਂ ਨੇਗੀਆਂ। ਤੇ ਸਾਡੇ ਲੋਕਾਂ ਨੂੰ ਸੰਵਿਧਾਨ ਤੇ ਪਹਿਰਾ ਦੇਣਾ ਚਾਹੀਦਾ। ਅੱਜ ਅਸੀਂ ਬੈਠੇ ਹਾਂ, ਸਾਡਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ। ਉਹ ਇਸ ਕਰਕੇ ਕਿਉਂਕਿ ਜਿਹੜਾ ਸੰਵਿਧਾਨ ਹੈਗਾ, ਸੰਵਿਧਾਨ ਸਾਨੂੰ ਪ੍ਰੋਟੈਸਟ ਤੇ ਸੰਵਿਧਾਨ ਨੂੰ ਲੋਕੀ ਪ੍ਰੋਟੈਕਟ ਕਰੋ। ਮੈਂ ਸਾਰਿਆਂ ਲੋਕਾਂ ਨੂੰ ਇਹ ਗੱਲ ਕਹਿੰਦਾ। ਉਸ ਤੋਂ ਬਾਅਦ ਕੀ ਹੈ, ਆ ਜਾਂਦੇ ਅਸੀਂ ਘਰੇ, ਮੋਦੀ ਮੁੜ ਕੇ ਕਾਨੂੰਨ ਫਿਰ ਬਣਾ ਲਏਗਾ। ਇਸ ਕਰਕੇ ਮੋਦੀ ਦੀ ਜੜ ਪੱਟਣੀ ਜ਼ਰੂਰੀ ਹੈ। ਪਰ ਜਦੋਂ ਤੱਕ EVM ਦੇਸ਼ ਵਿੱਚ ਹੈ, ਮੋਦੀ ਨੂੰ ਕੋਈ ਹਿਲਾ ਨਹੀਂ ਸਕਦਾ ਹੈ। ਇਹ ਲਿਖ ਲਓ, ਕਿਉਂਕਿ ਮੈਂ ਪਿੱਛੇ ਵੀ ਬੋਲਿਆ ਸੀ, ਮੈਂ ਹਰ ਵਾਰ ਬੋਲਦਾ, ਹਰ ਥਾਂ ਤੇ ਬੋਲਦਾ। ਇਲੈਕਸ਼ਨਾਂ ਹੋਈਆਂ, ਸਾਡੇ ਲੋਕੀ ਕਹਿੰਦੇ ਜੀ ਮੋਦੀ ਹਰਾਤਾ। ਬਿਲਕੁਲ ਨਹੀਂ, ਅਸੀਂ ਹਾਰੇ ਹਾਂ। 3 ਸੀਟਾਂ ਤੋਂ ਮੋਦੀ ਦੀਆਂ 75 ਸੀਟਾਂ ਹੋਈਆਂ ਬੰਗਾਲ ਦੇ ਵਿੱਚ। ਕੀ ਮੋਦੀ ਹਾਰਿਆ? ਅਸਾਮ ਦੇ ਵਿੱਚ ਮੋਦੀ ਪਹਿਲਾਂ ਵੀ ਸੀ, ਮੋਦੀ ਹੁਣ ਵੀ ਹੈ। ਕੇਰਲ 'ਚ ਮੋਦੀ ਪਹਿਲਾਂ ਵੀ ਨਹੀਂ ਸੀ, ਹੈ ਹੁਣ ਵੀ ਨਹੀਂ ਹੈ। ਪਾਂਡੀਚਰੀ 'ਚ ਪਹਿਲਾਂ ਸੀ, ਉੱਥੇ ਹੁਣ ਵੀ ਹੈ। ਜੇ ਕਰਕੇ ਇਹ ਅਸਾਮ ਦੇ ਵਿੱਚ ਹਾਰਦਾ, ਅਸੀਂ ਮੰਨਦੇ ਵੀ ਸਾਡਾ ਕੋਈ ਅਸਰ ਹੋਇਆ। ਇਹ ਗੱਲ ਨਹੀਂ ਹੈ ਲੋਕਾਂ ਨੇ ਦੇ ਵਿਰੁੱਧ ਵੋਟਾਂ ਨਹੀਂ ਪਾਈਆਂ, ਲੋਕਾਂ ਨੇ ਵੋਟ ਪਾਈ ਹੈ ਤਾਂ, ਪਰ EVM ਵੋਟ ਚੋਰੀ ਕਰਕੇ ਲੈ ਗਿਆ। ਪੂਰਾ ਭਾਰਤ ਮੋਦੀ ਦੇ ਬਰਖਲਾਫ ਹੈ। ਮੋਦੀ ਕਿਉਂ ਜਿੱਤ ਰਿਹਾ ਬਾਰ-ਬਾਰ? ਮੋਦੀ ਕਿਉਂ ਸਾਡੀ ਪਰਵਾਹ ਨਹੀਂ ਕਰਦਾ? ਇਲੈਕਸ਼ਨਾਂ ਸਿਰ ਤੇ ਆ ਰਹੀਆਂ, ਉਹ ਕਹਿੰਦਾ ਲੋੜ ਹੀ ਨਹੀਂ, ਤੁਸੀਂ ਜਿਹੜਾ ਮਰਜ਼ੀ ਬਟਨ ਦੱਬੋ, ਵੋਟ ਤਾਂ ਮੈਂ ਚੋਰੀ ਕਰ ਹੀ ਲੈਣੀ ਹੈ। ਸੋ ਇਸ ਕਰਕੇ ਮੈਂ ਸਾਰੇ ਲੋਕ ਜਿੰਨੇ ਦੇਖਣ ਵਾਲੇ, ਸੁਣਨ ਵਾਲੇ, ਉਹ ਧਿਆਨ ਦੇਣ, ਕਿਰਪਾ ਕਰਕੇ EVM ਨੂੰ ਜ਼ਰੂਰ ਬੈਨ ਕਰੋ। ਵੀ ਦੇਖੋ, ਇਹ ਤਾਂ ਸਾਨੂੰ 6 ਮਹੀਨੇ ਹੋ ਗਏ ਨੇ ਉੱਥੇ ਬੈਠਿਆਂ ਨੂੰ, ਦਿੱਲੀ ਸਾਡੇ ਬਜ਼ੁਰਗਾਂ ਨੂੰ। ਤੇ ਉਦੋਂ ਪਹਿਲਾਂ 1 ਸਾਲ ਹੀ ਹੋ ਗਿਆ ਆ ਜਦੋਂ ਦਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦਾ ਮਤਲਬ ਸ਼ੁਰੂਆਤ ਹੋਈ ਸੀ। ਆਲਮੋਸਟ 1 ਸਾਲ ਹੋ ਗਿਆ ਆ। ਤੇ ਅੱਜ 6 ਮਹੀਨਿਆਂ ਦੀ ਕਾਲਾ ਦਿਨ ਮਨਾਉਣਾ ਬਣਦਾ ਸੀਗਾ, ਕਿਉਂਕਿ ਅਸੀਂ ਕਹਿ ਕੇ ਚੱਲੇ ਸੀਗੇ ਕਿ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ। ਸੋ ਜਿਵੇਂ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਹੁੰਦੀ ਆ, ਅਸੀਂ ਤਾਂ ਉਹਨਾਂ ਦੇ ਉੱਤੇ ਚੱਲਣ ਵਾਲੇ ਆ। ਜਿਵੇਂ ਸੰਯੁਕਤ ਮੋਰਚਾ ਕਹਿੰਦਾ ਉਵੇਂ ਆਏ ਆ, ਅਸੀਂ ਖੜੇ ਆ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਵੱਲੋਂ ਇਹਦੇ ਪੋਜ਼ਿਟਿਵ ਰਿਸਪੌਂਸ ਦੀ ਕਦੋਂ ਤੱਕ ਸਾਨੂੰ ਹੋਪ ਹੈਗੀ ਹੈ? ਦੇਖੋ, ਸਾਨੂੰ ਆਪਣੇ ਮਕਸਦ ਲਈ ਦ੍ਰਿੜ ਰਹਿਣਾ ਚਾਹੀਦਾ ਆ। ਕਹਿੰਦੇ ਆ ਕਿ ਕਰਮ ਕਰੋ, ਫਲ ਕੀ ਹੋਊਗਾ ਉਹਦੀ ਇੱਛਾ ਹਜੇ ਨਾ ਰੱਖੋ, ਹੈ ਨਾ, ਕਹਿੰਦੇ ਆ ਨਾ। ਤੇ ਅਸੀਂ ਆਪਣੇ ਜਿਹੜਾ ਮਕਸਦ ਆ ਉਹਦੇ ਲਈ ਦ੍ਰਿੜ ਆ, ਡਟੇ ਸੀ, ਡਟੇ ਹਾਂ, ਡਟੇ ਰਹਾਂਗੇ। ਤੇ ਜਦ ਤੱਕ ਸਾਡੇ ਬਜ਼ੁਰਗ ਕਹਿੰਦੇ ਉਹਨਾਂ ਦੇ ਨਾਲ ਡਟੇ ਹੋਏ ਆ ਤੇ ਡਟੇ ਰਹਾਂਗੇ। ਜਦੋਂ ਵੀ ਹੋਊਗਾ, ਅੱਜ ਨੂੰ ਹੁੰਦਾ ਆ, ਪਹਿਲਾਂ 6 ਮਹੀਨੇ ਕਹਿ ਕੇ ਚੱਲ ਰਹੇ ਸੀ, ਸਾਲ ਨੂੰ ਹੁੰਦਾ, 2 ਸਾਲ ਨੂੰ ਹੁੰਦਾ, ਜਿੰਨੀ ਦੇਰ ਹੁੰਦਾ ਆ, ਅਸੀਂ ਆਪਣੇ ਅੰਦੋਲਨ 'ਚ ਉਹਨਾਂ ਦੇ ਨਾਲ ਡਟੇ ਹੋਏ ਆ। ਅਸੀਂ ਸੰਯੁਕਤ ਮੋਰਚੇ ਦੇ ਨਾਲ ਸੀ ਤੇ ਅੱਜ ਵੀ ਹੈਗੇ ਤੇ ਹਮੇਸ਼ਾ ਰਹਾਂਗੇ। ਇਸ ਮੌਕੇ PBC ਨਿਊਜ਼ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਖਰੜ ਦੇ ਰਣਜੀਤ ਸਿੰਘ ਗਿੱਲ ਨਾਲ ਕਿਸਾਨ ਅੰਦੋਲਨ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ 3 ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ। ਜਾ ਰਿਹਾ ਰਣਜੀਤ ਸਿੰਘ ਗਿੱਲ ਨਾਲ, ਜੋ ਕਿ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਹਲਕਾ ਇੰਚਾਰਜ ਖਰੜ ਦੇ। ਅੱਜ ਅਸੀਂ ਇਹਨਾਂ ਨੂੰ ਪੁੱਛਾਂਗੇ, ਇਹਨਾਂ ਅੱਜ 6 ਮਹੀਨੇ ਹੋ ਗਏ ਨੇ ਇਸ ਧਰਨੇ ਨੂੰ, ਇਹਨਾਂ ਦੇ ਇਸ ਬਾਰੇ ਕੀ ਵਿਚਾਰ ਹਨ? ਦੇਖੋ, ਅੱਜ ਸਾਡੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ੀ ਕਿਰਤ ਨੂੰ ਕਰਨ ਵਾਲੇ ਲੋਕ ਜਿਹੜੇ ਕਿਸਾਨ ਤੇ ਮਜ਼ਦੂਰ ਅੱਜ 6 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਰੁਲ ਰਹੇ ਨੇ। ਸਾਡੀਆਂ ਮਾਵਾਂ, ਭੈਣਾਂ, ਸਾਡੇ ਬੱਚੇ, ਸਾਡੇ ਬਜ਼ੁਰਗ। ਦੇਖੋ, ਪਿੱਛੇ ਮੌਸਮ ਦੀ ਵੀ ਕਿੰਨੀ ਮਾਰ ਰਹੀ, ਭਾਵੇਂ ਠੰਡ ਸੀ, ਕਿੰਨੇ ਬਾਰਿਸ਼ਾਂ ਦੇ ਵਿੱਚ, ਠੰਡ ਦੇ ਵਿੱਚ ਉਹਨਾਂ ਨੇ ਕੱਟੀਆਂ ਰਾਤਾਂ। ਅੱਗੇ ਹੁਣ ਗਰਮੀ ਦਾ ਮੌਸਮ ਆ ਗਿਆ। ਸੋ ਬੜੀ ਬਦਕਿਸਮਤੀ ਹੈ ਸਾਡੇ ਇਸ ਦੇਸ਼ ਦੇ ਵਿੱਚ। ਜਿਹੜੀ ਸਰਕਾਰ ਹੈ ਸਾਡੀ ਸੈਂਟਰ ਦੇ ਵਿੱਚ, ਉਹ ਇੱਕ ਪਤਾ ਨਹੀਂ ਕਿਹੜੇ ਹੰਕਾਰ 'ਚ ਬੈਠੀ ਹੈ, ਕਿਸ ਨਸ਼ੇ ਵਿੱਚ ਬੈਠੀ ਹੈ। ਸੋ ਜਿਹੜੀ ਕਿ ਬਿਲਕੁਲ ਉਹਨਾਂ ਦੀ ਜੜ੍ਹਾਂ ਦੇ ਵਿੱਚ ਉੱਥੇ ਬੈਠੇ ਨੇ, ਪਰ ਉਹਨਾਂ ਨੂੰ ਉਹ ਦਿਖ ਨਹੀਂ ਰਹੇ ਅਤੇ ਉਹਨਾਂ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗਾ। ਸੋ ਅੱਜ 26 ਤਰੀਕ ਨੂੰ 6 ਮਹੀਨੇ ਹੋ ਗਏ ਨੇ ਇਸ ਧਰਨੇ ਨੂੰ।
ਅੱਜ ਸਾਰੇ ਕਿਸਾਨ ਮਜ਼ਦੂਰ ਜੋ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ, ਉਹਦੇ 'ਚ ਸਾਡੇ ਵੀ ਜੋ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਹਦਾਇਤਾਂ ਸੀ ਵੀ ਤੁਸੀਂ ਰੋਸ ਮੁਜ਼ਾਹਰਾ ਵੀ ਕਰਨਾ ਔਰ ਕਿਸਾਨਾਂ ਦੇ ਜਿੱਥੇ ਧਰਨੇ ਨੇ ਉੱਥੇ ਸ਼ਾਮਲ ਵੀ ਹੋਣਾ। ਸੋ ਅਸੀਂ ਆਪਣੇ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਉੱਥੇ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਅਸੀਂ ਧਰਨੇ ਵਿੱਚ ਵੀ ਸ਼ਾਮਲ ਹੋਏ। ਪਰ ਦੇਖੋ ਸਰਕਾਰ ਦਾ ਹੰਕਾਰ ਦੇਖੋ, ਪਹਿਲਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਇੱਕ ਫੋਨ ਕਾਲ ਦੀ ਦੂਰੀ 'ਤੇ ਨੇ, ਇੱਕ ਫੋਨ ਕਾਲ ਕਰਨ 'ਤੇ ਅਸੀਂ ਗੱਲਬਾਤ ਲਈ ਤਿਆਰ ਹਾਂ। ਅੱਜ ਕਿੰਨੇ ਦਿਨ ਹੋ ਗਏ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਜੋ ਚਿੱਠੀ ਲਿਖੀ ਗਈ ਹੈ ਉਹਨਾਂ ਨੂੰ, ਪਰ ਉਹਦੇ ਸੰਬੰਧ ਦੇ ਵਿੱਚ ਹਜੇ ਤੱਕ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਲਈ ਆਪਾਂ ਸਮਝ ਸਕਦੇ ਹਾਂ ਵੀ ਸਰਕਾਰ ਦੀ ਨੀਅਤ ਵਿੱਚ ਖੋਟ ਹੈ, ਕਿਉਂਕਿ ਸਰਕਾਰ ਜਿਹੜਾ ਇਹ ਖੇਤੀਬਾੜੀ ਦਾ ਧੰਦਾ ਹੈ, ਜਦੋਂ ਅੱਜ ਸਾਡੇ ਦੇਸ਼ ਦੀ ਜਿਹੜੀ GDP ਹੈ -23 'ਤੇ ਪਹੁੰਚ ਗਈ ਹੈ, ਪਰ ਇੱਕੋ ਇੱਕ ਸਾਡਾ ਇਹ ਜਿਹੜਾ ਸੈਕਟਰ ਹੈ ਖੇਤੀਬਾੜੀ ਦਾ, ਇਹ +4 'ਤੇ ਹੈ ਇਹਦੀ GDP। ਸੋ ਸਾਡੇ ਜਿਹੜੇ ਕਾਰਪੋਰੇਟ ਦੇ ਵੱਡੇ ਘਰਾਣੇ ਨੇ ਉਹਨਾਂ ਦੀ ਅੱਖ ਇਸ 'ਤੇ ਆ ਔਰ ਸਰਕਾਰ ਸਾਡੀ ਉਹਨਾਂ ਨਾਲ ਰਲੀ ਹੋਈ ਹੈ। ਇਸ ਕਰਕੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ, ਜੋ ਕਿ ਬਹੁਤ ਹੀ ਸਾਡੇ ਦੇਸ਼ ਲਈ ਮੰਦਭਾਗਾ ਹੈ। ਉਧਰ ਕਿਸਾਨਾਂ ਦੀ ਹਮਾਇਤ ਲਈ ਅੱਜ ਗਾਇਕ ਜਸ ਬਾਜਵਾ ਵੀ ਇਸ ਅੰਦੋਲਨ ਦੀ ਹਮਾਇਤ ਵਿੱਚ ਖਰੜ ਸਥਿਤ ਭਾਗੋ ਮਾਜਰਾ ਟੋਲ ਪਲਾਜ਼ਾ ਤੇ ਪਹੁੰਚੇ, ਜਿੱਥੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਇਸ ਕਿਸਾਨੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਨੇ। ਟਿੱਕੀਆਂ ਹੋਈਆਂ ਨੇ ਲੋਕਾਂ ਦੀਆਂ ਕਿ ਦੇਖੋ ਉੱਥੇ ਬਣੂਗਾ ਕਿ ਜਿਵੇਂ ਉਹ ਭਲਵਾਨਾਂ ਵਾਲਾ ਮੈਚ ਪਿਆ ਹੋਇਆ ਕਿ ਗਵਰਨਮੈਂਟ ਮੰਨਦੀ ਨਹੀਂ ਤੇ ਕਿਸਾਨ ਪਿੱਛੇ ਮੁੜਦੇ ਨਹੀਂ ਤੇ ਨਾ ਅਸੀਂ ਪਿੱਛੇ ਮੁੜਾਂਗੇ। ਸੋ ਹਰ ਇੱਕ ਵਰਗ, ਚਾਹੇ ਉਹ ਸਾਡੇ ਵਾਲਾ ਵਰਗ ਹੈ, ਚਾਹੇ ਆਮ ਕੋਈ ਬੰਦਾ ਕਿਸੇ ਕੋਲ ਜ਼ਮੀਨ ਹੈ ਨਹੀਂ ਹੈ, ਇਹ ਮੈਟਰ ਨਹੀਂ ਕਰਦਾ, ਜ਼ਮੀਨ ਸਭ ਕੋਲ ਹੈਗੀ ਹੈ, ਕਿਉਂਕਿ ਖੇਤੀ ਨਾਲ ਸਿੱਧੇ ਤੌਰ ਤੇ ਤਾਂ ਪੰਜਾਬ ਜੁੜਿਆ ਹੀ ਹੋਇਆ। ਖੇਤੀ ਪ੍ਰਧਾਨ ਸੂਬਾ ਹੈ ਸਾਡੇ ਕੋਲ, ਖੇਤੀ ਤੋਂ ਬਿਨਾਂ ਹੋਰ ਕੋਈ ਧੰਦਾ ਨਹੀਂ ਹੈਗਾ ਕੰਮਕਾਰ ਕਰਨ, ਪਰ ਅਸਿੱਧੇ ਤੌਰ ਤੇ ਵੀ ਸਾਰੇ ਜੁੜੇ ਹੋਏ ਨੇ ਕਿਉਂਕਿ ਰੋਟੀ ਸਾਰੇ ਖਾਂਦੇ ਨੇ। ਸੋ ਇਹ ਮਸਲਾ ਰੋਟੀ ਦਾ ਜਿਹੜਾ ਕਾਰਪੋਰੇਟ ਚਾਹੁੰਦੀ ਹੈ ਕਿ ਜਿਹੜੇ ਅਸੀਂ ਫਸਲ ਵੱਢ ਕੇ ਵਾਢੀ ਦੇ ਢੋਲ ਭਰਦੇ ਆ ਕਿ ਸਾਡੇ ਖਾਣ ਜੋਗੇ ਦਾਣੇ ਇਹਨਾਂ ਨੂੰ ਪਏ ਆ ਤੇ ਨਾਲ ਅਸੀਂ ਡੰਗਰਾਂ ਵਾਸਤੇ ਵੀ ਛੋਟਾ ਢੋਲ ਭਰ ਲੈਂਦੇ ਆ, ਉਹ ਜਿਹੜੇ ਢੋਲ ਭਰਦੇ ਆ ਉਹ ਢੋਲਾਂ ਨੂੰ ਉਹ ਪੈਕਟਾਂ ਦੇ ਵਿੱਚ ਪਾ ਕੇ ਚਿੱਪਾਂ ਲਾ ਕੇ ਮੋਲਾਂ ਦੇ ਵਿੱਚ ਕਣਕ ਦਾ ਮੁੱਲ ਤੈਅ ਆਪਦੇ ਵੱਲੋਂ ਕਰਨਾ। ਜਿਹੜੀ ਕਾਲ ਦਊਗਾ ਉਹ ਡਟ ਕੇ ਉਹਦੇ ਨਾਲ ਖੜਾਂਗੇ ਅਸੀਂ, ਤੇ ਜਦੋਂ ਤੱਕ ਵੀ ਗਵਰਨਮੈਂਟ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਜਿਹੜਾ ਰੋਸ ਮੁਜ਼ਾਹਰਾ ਆਉਣ ਵਾਲੇ ਦਿਨਾਂ ਦੇ ਵਿੱਚ, ਹੁਣ ਤਾਂ ਥੋੜਾ ਜਿਹਾ ਕੋਵਿਡ ਦਾ ਦੌਰ ਚੱਲ ਰਿਹਾ ਤਾਂ ਕਰਕੇ ਅਸੀਂ ਪਿੰਡ ਜਾਂਦੇ ਆ, ਅਸੀਂ ਹੁੱਕਾ ਮੁਹਿੰਮ ਸ਼ੁਰੂ ਕੀਤੀ ਹੈ, ਪਿਛਲੇ ਹਫ਼ਤੇ ਤੋਂ ਤਕਰੀਬਨ ਸਾਰੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ। ਜੱਸੀ ਸਰਪੰਚ ਬਾਈ ਸਾਰੇ ਭਰਾ ਲਾਡੀ ਸਿੱਧੂ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੋਵਿਡ ਨੂੰ ਠੱਲ ਪੈ ਜੂਗੀ ਤਾਂ ਅਸੀਂ ਵੱਡੇ, ਜਿਵੇਂ ਪਹਿਲਾਂ ਮਹਾ ਪੰਚਾਇਤਾਂ ਦਾ ਦੌਰ ਚੱਲਦਾ ਸੀ, ਅਸੀਂ ਵੱਡੇ ਕੱਟ ਕਰਕੇ ਦਿੱਲੀ ਨੂੰ ਤੋਰਦੇ ਨੇ, ਕਿਉਂਕਿ ਹੁਣ ਉੱਥੇ ਲੋੜ ਹੈ ਦੁਬਾਰੇ ਸਾਡੀ ਸਰਗਰਮੀ ਦੀ। ਜਿਵੇਂ ਪਹਿਲਾਂ ਪੰਜਾਬ ਗਿਆ ਸੀਗਾ, ਇੱਥੋਂ ਨਿੱਠ ਕੇ ਗਿਆ ਸੀਗਾ ਕਿ ਅਸੀਂ ਸੌਹਾਂ ਪਾ ਕੇ ਗਏ ਸੀ। ਇੱਥੇ ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ 6 ਮਹੀਨੇ ਹੋ ਚੁੱਕੇ ਨੇ, ਪਰ ਕੇਂਦਰ ਦੀ ਸਰਕਾਰ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਉਹੀ ਅੜੀਅਲ ਰਵੱਈਆ ਹਾਲੇ ਵੀ ਬਰਕਰਾਰ ਹੈ, ਜਿਸ ਦੇ ਤਹਿਤ ਅੱਜ ਕਿਸਾਨਾਂ ਵੱਲੋਂ ਕਾਲੇ ਦਿਵਸ ਮਨਾਉਣ ਦੇ ਸੱਦੇ ਤਹਿਤ ਵੱਖ-ਵੱਖ ਥਾਵਾਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵੱਲੋਂ ਤਿੰਨੋਂ ਕਾਲੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਹੁਕਮ ਨਾਲ ਦੇਸ਼ ਵਿਆਪੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮੋਹਾਲੀ ਤੋਂ BBC ਨਿਊਜ਼ ਲਈ ਸਿਮਰ ਸਿੰਘ ਦੇ ਨਾਲ ਕੈਮਰਾਮੈਨ ਕੁਲਬੀਰ ਸਿੰਘ ਦੀ ਰਿਪੋਰਟ। ਇਹਨਾਂ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ।